ਅਕਸਰ ਦੇਖਿਆ ਗਿਆ ਹੈ, ਜੋ ਅਸੀਂ ਸੋਚਦੇ ਹਾਂ ਉਸੇ ਤਰ੍ਹਾਂ ਹੀ ਬਣ ਗਏ ਹਾਂ ਜਾਂ ਉਸੇ ਤਰ੍ਹਾਂ ਹੀ ਕਰਨ ਲੱਗ ਪਏ ਹਾਂ। ਜਿਸ ਤਰ੍ਹਾਂ ਦੇ ਵਾਤਾਵਰਨ ਨੂੰ ਅਸੀਂ ਮਹਿਸੂਸ ਕੀਤਾ, ਜਿਸ ਤਰ੍ਹਾਂ ਦੇ ਮਾਹੌਲ ਨੂੰ ਅਸੀਂ ਢਾਲ ਲਿਆ, ਮਾਹੌਲ ਦੇ ਮੁਤਾਬਕ ਉਸੇ ਮਾਹੌਲ ਦੇ ਵਿੱਚ ਪ੍ਰਵਿਰਤ ਹੋ ਗਏ ਹਾਂ। ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਵੈਸਟਰਨ ਕਲਚਰ ਦੇ ਵਿੱਚ ਅਸੀਂ ਚਲੇ ਗਏ ਹਾਂ, ਉੱਥੋਂ ਦੀ ਸੰਸਕ੍ਰਿਤੀ ਨੂੰ ਅਪਣਾ ਲਿਆ, ਪਰ ਆਪਣੀਆਂ ਜੜ੍ਹਾਂ ਕਿਤੇ ਨਾ ਕਿਤੇ ਭੁੱਲ ਗਏ ਹਾਂ। ਇਹੀ ਗੱਲ ਪ੍ਰਕਿਰਤੀ ਦੇ ਪੇੜ ਪੌਦਿਆਂ ਦੇ ਨਾਲ ਵੀ ਹੁੰਦੀ ਹੈ। ਜਿਵੇਂ ਕਈ ਲੋਕ ਬਾਗ ਲਗਾਉਂਦੇ ਨੇ ਅਤੇ ਬਾਗਾਂ ਦੇ ਵਿੱਚ ਫਲਾਂ ਦੀ ਫਸਲ ਬੀਜਦੇ ਨੇ ਕਿ ਜੋ ਬਾਗਾਂ ਦੇ ਬੂਟੇ ਨੇ ਉਹ ਚੰਗੇ ਫਲਦਾਰ ਰਸਦਾਇਕ ਹੋ ਸਕਣ। ਪਰ ਜੇਕਰ ਉਹ ਠਾਣ ਲੈਣ ਕਿ ਵੀ ਬਾਗਾਂ ਦੇ ਪੌਦੇ ਕਿਸੇ ਪੌਦੇ ਨੂੰ ਪਾਣੀ ਦੇਈ ਜਾਣ ਅਤੇ ਕਹੀ ਜਾਣ, ਮਨ ਦੇ ਵਿੱਚ ਵਿਚਾਰ ਚੱਲੀ ਜਾਏ ਕਿ ਇਹ ਪੌਦਾ ਵੱਡਾ ਨਾ ਹੋਏ, ਅਤੇ ਫਿਰ ਵਾਕਈ ਹੀ ਉਸੇ ਤਰ੍ਹਾਂ ਹੀ ਹੋਏਗਾ। ਕਿਉਂਕਿ ਜਿਹੜੇ ਪੌਦੇ ਨੇ ਉਹ ਸਾਡੀ ਊਰਜਾ ਨੂੰ ਮਹਿਸੂਸ ਕਰਦੇ ਨੇ। ਸਾਰੀ ਗੱਲ ਊਰਜਾ ਦੇ ਉੱਤੇ ਹੈ, ਐਨਰਜੀ। ਸਰੀਰ ਦੀ ਸਾਰੀ ਊਰਜਾ ਇਕੱਤਰਿਤ ਹੋ ਜਾਂਦੀ ਹੈ ਜਦ ਇੱਕ ਪਾਸੇ ਦੇ ਵਿੱਚ ਧਿਆਨ ਚਲਾ ਜਾਂਦਾ ਹੈ। ਪਰ ਅਕਸਰ ਐਸਾ ਹੁੰਦਾ ਨਹੀਂ ਹੈ। ਲੱਖਾਂ 'ਚੋਂ ਇੱਕ ਅੱਧ ਮਨੁੱਖ ਜਾਂ ਹਜ਼ਾਰਾਂ 'ਚ ਵੀ ਹੋ ਸਕਦਾ ਹੈ। ਸਰੀਰ ਦੀ ਸਾਰੀ ਊਰਜਾ ਸਿਰਫ ਇੱਕ ਧਿਆਨ ਦੇ ਉੱਤੇ ਟਿਕ ਜਾਏ ਅਤੇ ਫਿਰ ਉਹੀ ਗੱਲ ਹੋ ਜਾਏਗੀ, ਜਿਸ ਦੇ ਉੱਤੇ ਧਿਆਨ ਕਰੇਗਾ ਉਹ ਇਹਦਾ ਕੰਮ ਉੱਥੇ ਹੀ ਬਣ ਜਾਏਗਾ। ਉਹ ਦੂਸਰੇ ਪਾਸੇ ਜਿਹਦੇ ਉੱਤੇ ਧਿਆਨ ਲਗਾ ਰਿਹਾ ਉਸ ਨੂੰ ਇਸ ਦੀ ਊਰਜਾ ਮਹਿਸੂਸ ਹੋਏਗੀ। ਉਮੀਦ ਹੈ ਇਹ ਗੱਲ ਸਮਝਣੀ ਥੋੜ੍ਹੀ ਔਖੀ ਹੈ। ਮੈਂ ਫਿਰ ਤੋਂ ਇੱਕ ਵਾਰੀ ਅਰਜ਼ ਕਰਦੇ ਹਾਂ, ਸਰੀਰ ਦੀ ਸਾਰੀ ਊਰਜਾ ਜਿੱਥੇ ਵੀ ਅਸੀਂ ਲਾ ਦਈਏ, ਧਿਆਨ ਸਾਰਾ ਇੱਕ ਪਾਸੇ ਲਾ ਦਈਏ, ਤਾਂ ਫਿਰ ਅਗਲੇ ਪਾਸੇ ਜੋ ਬੈਠਾ ਉਹ ਸਾਡੀ ਊਰਜਾ ਨੂੰ ਮਹਿਸੂਸ ਕਰ ਸਕਦਾ ਹੈ। ਕਿਉਂਕਿ ਸਰੀਰ ਦੀ ਸਾਰੀ ਊਰਜਾ ਉਸੇ ਧਿਆਨ ਦੇ ਵਿੱਚ ਲੱਗ ਗਈ ਹੈ। ਹੁਣ ਜਿਵੇਂ ਪਾਠ ਕਰਦੇ ਹਾਂ, ਧਿਆਨ ਕਿਤੇ ਹੋਰ ਜਾ ਚਲਿਆ ਗਿਆ, ਕੋਈ ਹੋਰ ਮਨ ਦੇ ਵਿੱਚ ਖਿਆਲ ਚੱਲਦੇ ਨੇ। ਜਿਵੇਂ ਪਾਠ ਕਰਦੇ ਹਾਂ, ਮਨ ਦੇ ਵਿੱਚ ਸਭ ਤੋਂ ਪਹਿਲਾਂ ਕੋਈ ਹੋਰ ਖਿਆਲ ਚੱਲਦੇ ਨੇ, ਫਿਰ ਬਾਅਦ ਵਿੱਚ ਪਾਠ ਹੁੰਦਾ। ਇਹਦਾ ਮਤਲਬ ਇਹ ਹੈ ਕਿ ਹਜੇ ਊਰਜਾ ਪਾਠ ਦੇ ਵਿੱਚ ਸੰਕਰਿਤ ਨਹੀਂ ਹੋਈ, ਪਾਠ ਦੇ ਵਿੱਚ ਨਹੀਂ ਬਦਲੀ, ਹਲੇ ਊਰਜਾ ਖਿਆਲਾਂ ਦੇ ਵਿੱਚ ਹੀ ਹੈ। ਪਰ ਕੋਸ਼ਿਸ਼ ਜਾਰੀ ਰੱਖੇ, ਧਿਆਨ ਨਾ ਦੇ, ਜੋ ਵੀ ਖਿਆਲ ਆਉਣ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਸੁਰਤੀ ਧਿਆਨ ਅਤੇ ਪਾਠ ਦੇ ਅਭਿਆਸ ਵੱਲ ਲਗਾਵੇ। ਹੁਣ ਮੈਂ ਗੱਲ ਕਰ ਰਿਹਾ ਬਾਗਾਂ ਦੇ ਵਿੱਚ। ਜੋ ਬਾਗ ਲੱਗੇ ਨੇ, ਫਲਾਂ ਦੇ ਰਸਦਾਇਕ ਫਲ ਲੱਗੇ ਨੇ। ਹਰ ਕੋਈ ਕਿਸਾਨ ਚਾਹੁੰਦਾ ਕਿ ਵੀ ਜਿਹੜਾ ਬੀਜ ਬੋਏ ਉਹ ਬੀਜ ਫਲਦਾਇਕ, ਰਸਦਾਇਕ ਅਤੇ ਚੰਗੀ ਉਪਜ ਵਾਲਾ ਪੈਦਾ ਹੋਵੇ, ਜਿਸ ਦੇ ਨਾਲ ਖੇਤੀ ਉਸ ਦੀ ਹਰੀ ਭਰੀ ਅਤੇ ਬੜੀ ਹੀ ਕਮਾਲ ਦੀ ਹੋਵੇ। ਇਹ ਹਰ ਇੱਕ ਕਿਸਾਨ ਦਾ ਸੁਪਨਾ ਹੁੰਦਾ, ਚਾਹੇ ਉਹ ਕਿਸਾਨ ਹਿੰਦੁਸਤਾਨ ਦਾ ਅਤੇ ਚਾਹੇ ਉਹ ਕਿਸੇ ਦੁਨੀਆ ਦੇ ਹੋਰ ਕਿਸੇ ਕੋਨੇ ਦੇ ਵਿੱਚ ਮੌਜੂਦ ਹੈ। ਪਰ ਮੈਂ ਅਰਜ਼ ਕਰਾਂ, ਜਿਸ ਤਰ੍ਹਾਂ ਦਾ ਬੀਜ ਬੋਵਾਂਗੇ, ਬੀਜ ਦੀ ਜਿਸ ਤਰ੍ਹਾਂ ਰਾਖੀ ਕਰਾਂਗੇ ਅਤੇ ਬੀਜ ਨੂੰ ਜਿਸ ਤਰ੍ਹਾਂ ਅਸੀਂ ਖਾਣ ਪਾਣ ਦੇਵਾਂਗੇ, ਉਸੇ ਤਰ੍ਹਾਂ ਦਾ ਹੀ ਬੀਜ ਬਣ ਜਾਏਗਾ। ਜੇਕਰ ਮਨੋਵਿਗਿਆਨਿਕਾਂ ਨੇ ਇਹ ਗੱਲ ਸਮਝੀ ਹੈ ਕਿ ਜਦ ਅਸੀਂ ਕੋਈ ਗੁਲਾਬ ਦੇ ਪੱਤੇ ਤੋੜਦੇ ਹਾਂ ਜਾਂ ਕੋਈ ਫਲ ਤੋੜਨ ਜਾਂਦੇ ਹਾਂ, ਪਹਿਲਾ ਖਿਆਲ ਆਉਂਦਾ ਤੋੜਨ ਦਾ, ਫਿਰ ਤੋੜਦੇ ਹਾਂ। ਉਸੇ ਵਕਤ ਹੀ ਉਹ ਜੋ ਗੁਲਾਬ ਦਾ ਪੌਦਾ ਹੈ ਜਾਂ ਕਿਸੇ ਫਲ ਦਾ ਪੌਦਾ ਹੈ, ਉਹ ਤੁਹਾਡੀ ਮਨਸ਼ਾ ਜਾਣ ਲੈਂਦਾ ਹੈ। ਅਤੇ ਮਨੋਵਿਗਿਆਨਿਕ ਕਹਿੰਦੇ ਨੇ ਕਿ ਉਹ ਜਿਹੜੇ ਪੌਦੇ ਨੇ, ਪੇੜ ਪੌਦੇ, ਉਹ ਉਸੇ ਵੇਲੇ ਘਬਰਾ ਜਾਂਦੇ ਨੇ ਅਤੇ ਉਹਨਾਂ ਦਾ ਰਸ ਘਟਦਾ ਜਾਂਦਾ ਹੈ ਦਿਨੋਂ ਦਿਨ। ਤੁਸੀਂ ਦੇਖਿਆ ਹੋਵੇਗਾ ਕਿ ਵੀ ਕਈ ਪੌਦੇ ਬਿਲਕੁਲ ਹੀ ਮੁਰਝਾ ਜਾਂਦੇ ਨੇ, ਬਾਅਦ ਵਿੱਚ ਨਵੀਂ ਪੈਦਾਵਾਰ ਨਹੀਂ ਕਰ ਸਕਦੇ। ਜਦ ਮਨਸ਼ਾ ਹੀ ਸਾਡੀ ਕਿਸੇ ਨੂੰ ਮਾਰਨ ਦੀ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵੀ ਹਰੀਆਂ ਭਰੀਆਂ ਵੇਲ ਬੂਟੀਆਂ ਦੇ ਵਿੱਚ ਹਿਰਨ ਫਿਰਦਾ ਹੈ ਜੰਗਲ ਦੇ ਵਿੱਚ, ਉਹ ਤਾਂ ਸਭ ਤੋਂ ਜ਼ਿਆਦਾ ਤੰਦਰੁਸਤ ਹੋਣਾ ਚਾਹੀਦਾ, ਸਭ ਤੋਂ ਜ਼ਿਆਦਾ ਸਿਹਤਮੰਦ ਹੋਣਾ ਚਾਹੀਦਾ, ਪਰ ਕਿਉਂ ਉਹ ਦੁਬਲਾ ਪਤਲਾ ਹੈ।
ਕਬੀਰ ਜੀ ਨੇ ਵੀ ਇਸ ਨੂੰ ਆਖਿਆ ਕਿ ਕਬੀਰ, ਇਹ ਜੋ ਹਿਰਨ ਹੈ, ਇਹਦੇ ਆਲੇ ਦੁਆਲੇ ਬੜੀ ਹਰੀ ਭਰੀ ਘਾਸ ਹੈ, ਪਰ ਫਿਰ ਹਰਨਾ ਦੁਬਲਾ ਹੈ, ਪਤਲਾ ਹੈ। ਕਿਉਂ? ਉਸ ਨੂੰ ਹਰ ਵਕਤ ਡਰ, ਹਰ ਵਕਤ ਮਨ ਦੇ ਵਿੱਚ ਚਿੰਤਾ ਰਹਿੰਦੀ ਹੈ ਕਿ ਕਿਤੇ ਸ਼ੇਰ ਜਾਂ ਹੋਰ ਕੋਈ ਸ਼ਿਕਾਰੀ ਉਹਦਾ ਸ਼ਿਕਾਰ ਨਾ ਕਰ ਲਏ। ਬਸ ਇਹੀ ਗੱਲ ਪੇੜ ਪੌਦਿਆਂ ਦੇ ਨਾਲ ਵੀ ਉੱਤੇ ਹੁੰਦੀ ਹੈ। ਜਿਸ ਤਰ੍ਹਾਂ ਦੀ ਮਨਸ਼ਾ ਲੈ ਕੇ ਜਾਵਾਂਗੇ ਪੇੜ ਪੌਦਿਆਂ ਦੇ ਕੋਲ, ਉਹ ਤੁਹਾਡੀ ਮਨਸ਼ਾ ਨੂੰ, ਤੁਹਾਡੀ ਊਰਜਾ ਨੂੰ ਮਹਿਸੂਸ ਕਰਦਾ, ਤੁਹਾਡੇ ਧਿਆਨ ਨੂੰ ਮਹਿਸੂਸ ਕਰਦਾ। ਮੈਂ ਅੱਗੇ ਵੀ ਅਰਜ਼ ਕਰ ਚੁੱਕਾ, ਜਿਸ ਤਰ੍ਹਾਂ ਦਾ ਵੀ ਧਿਆਨ ਕਰੋਗੇ ਉਸੇ ਤਰ੍ਹਾਂ ਦਾ ਹੀ ਅੱਗੋਂ ਤੁਹਾਡਾ ਧਿਆਨ ਪਹੁੰਚ ਜਾਏਗਾ। ਜੇਕਰ ਕਿਸੇ ਦੇ ਪ੍ਰਤੀ ਮਾੜਾ ਸੋਚੋਗੇ, ਜੇਕਰ ਸਾਰੀ ਊਰਜਾ ਮਾੜਾ ਸੋਚਣ ਦੇ ਵਿੱਚ ਲੱਗ ਜਾਂਦੀ ਹੈ ਤੇ ਫਿਰ ਉਹ ਅਗਲੇ ਤੱਕ ਵੀ ਪਹੁੰਚ ਜਾਂਦੀ ਹੈ। ਕੁਦਰਤੀ ਗੱਲ ਹੈ, ਜਿਸ ਨੂੰ ਟੈਲੀਪੈਥੀ ਦੀ ਦੁਨੀਆ ਕਹਿੰਦੇ ਨੇ। ਤੁਸੀਂ ਵਰਡ ਸ਼ਾਇਦ ਸੁਣਿਆ ਹੋਏਗਾ, ਟੈਲੀਪੈਥੀ। ਧਿਆਨ ਨੂੰ ਧਿਆਨ ਦੇ ਵਿੱਚ ਲਗਾਉਣਾ ਤੇ ਧਿਆਨ ਦੇ ਨਾਲ ਹੀ ਕਿਸੇ ਦੂਸਰੇ ਤੱਕ ਗੱਲ ਪਹੁੰਚਾਉਣੀ, ਇਸ ਨੂੰ ਟੈਲੀਪੈਥੀ ਕਹਿੰਦੇ ਨੇ। ਸਾਇੰਸ ਟੈਲੀਪੈਥੀ ਕਹਿੰਦੀ, ਅਸੀਂ ਧਿਆਨ ਦੀ ਸਾਧਨਾ ਕਹਿੰਦੇ ਹਾਂ। ਹੁਣ ਇਸੇ ਤਰ੍ਹਾਂ ਹੀ ਕਲਗੀਧਰ ਮਹਾਰਾਜ ਸਮਝਾਉਣਾ ਚਾਹ ਰਹੇ ਨੇ ਕਿ ਜੇਕਰ ਸਾਰੀ ਊਰਜਾ, ਸਾਰਾ ਧਿਆਨ ਅਗਰ ਅਰਦਾਸ ਦੇ ਵਿੱਚ ਲੱਗ ਜਾਏ ਤੇ ਫਿਰ ਅਰਦਾਸ ਸਾਡੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਸਕਦੀ ਹੈ। ਹੁਣ ਜਿਹੜੇ ਫਲਾਂ ਦਾ ਕੰਮ ਕਰਦੇ ਨੇ, ਜਿਨ੍ਹਾਂ ਦੇ ਬਾਗ ਨੇ ਫਲਾਂ ਦੇ, ਜੋ ਚਾਹੁੰਦੇ ਨੇ ਕਿ ਉਹਨਾਂ ਦੇ ਫਲਾਂ ਦੇ ਬਾਗ ਹੋਰ ਬਾਗਾਂ ਦੇ ਵਿੱਚ ਬਦਲ ਜਾਣ, ਉਹਨਾਂ ਦੇ ਵਿੱਚ ਹੋਰ ਫਲ ਰਸਦਾਇਕ ਲੱਗਣ, ਤੇ ਜਿਹੜੇ ਫਲ ਮੁਰਝਾ ਗਏ ਨੇ ਉਹਨਾਂ ਦੇ ਉੱਤੇ ਹੋਰ ਫਲ ਲੱਗਣ ਤੇ ਫਿਰ ਦੁਬਾਰਾ ਮੁਰਝਾਉਣ ਨਾ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਉਹ ਬਾਗਾਂ ਦੇ ਵਿੱਚ ਖਲੋ ਕੇ ਜਾਂ ਫਲ ਦੇ ਬੂਟੇ ਦੇ ਕੋਲ ਖਲੋ ਕੇ ਇਹੀ ਅਰਦਾਸ ਕਰਨ, ਹੈ ਪਰਿਪੂਰਨ ਪਰਮਾਤਮਾ, ਇਹ ਤੇਰਾ ਲਗਾਇਆ ਹੋਇਆ ਫਲ ਹੈ, ਇਹ ਤੇਰੀ ਧਰਤੀ ਦੇ ਵਿੱਚ ਬੀਜ ਲਗਾਇਆ ਤੇ ਤੂੰ ਕਿਰਪਾ ਕਰ ਇਹਦੇ ਉੱਤੇ ਹਮੇਸ਼ਾ ਰਸਦਾਇਕ ਫਲ ਹੀ ਲੱਗਣ, ਇਹਦੇ ਉੱਤੇ ਹਮੇਸ਼ਾ ਰਸੀਲੇ ਮਿੱਠੇ ਬੇਰ, ਅੰਬ, ਸੇਬ, ਸੰਤਰੇ, ਕੇਲੇ, ਇਹਦੇ ਉੱਤੇ ਹਮੇਸ਼ਾ ਰਸਦਾਇਕ ਹੀ ਲੱਗਣ। ਕੋਈ ਵੀ ਫਲ ਲੱਗੇ ਚਾਹੇ, ਜੇਕਰ ਅਫਲ ਹੋ ਵੀ ਜਾਏ, ਜੇਕਰ ਫਲ ਨੂੰ ਕੀੜਾ ਪੈ ਵੀ ਜਾਏ ਤੇ ਫਿਰ ਤੋਂ ਇਸ ਦੇ ਉੱਤੇ ਫਲ ਲੱਗ ਜਾਏ ਤੇ ਦੁਬਾਰਾ ਕੀੜਾ ਨਾ ਪਵੇ। ਇਸੇ ਤਰ੍ਹਾਂ ਹੀ ਅਰਦਾਸ ਕਰਨੀ, ਜਿਸ ਤਰ੍ਹਾਂ ਅਸੀਂ ਦੱਸੀ ਹੈ। ਹੁਣ ਸਾਰੀ ਸਰੀਰ ਦੀ ਊਰਜਾ ਇਕੱਠੀ ਕਰ ਲੈਣੀ ਹੈ, ਇਕੱਠੀ ਕਰਕੇ ਇਸੇ ਹੀ ਅਰਦਾਸ ਦੇ ਵਿੱਚ ਲਗਾ ਦੇਣੀ ਹੈ, ਜੋ 37ਵੀਂ ਅਰਦਾਸ ਹੈ ਕਿ ਹੈ ਪਰਿਪੂਰਨ ਪਰਮਾਤਮਾ, ਸਾਡੇ ਫਲਾਂ ਦੇ ਬਾਗਾਂ ਨੂੰ ਹੋਰ ਜ਼ਿਆਦਾ ਫਲ ਲੱਗਣ ਤੇ ਇੱਕ ਬਾਗ ਤੋਂ 2 ਬਾਗ, 3 ਬਾਗ, 4 ਬਾਗ ਬਣ ਸਕਣ। ਜੇਕਰ ਇੱਕ ਪੇੜ ਲਗਾਇਆ ਫਲ ਦਾ, ਇੱਕ ਪੇੜ ਤੋਂ 2, 3, 4 ਇਹ ਵੱਧਦੇ ਜਾਣ, ਘਟਣ ਨਾ ਫਲ। ਬਸ ਹੁਣ ਸਾਰੀ ਸਰੀਰ ਦੀ ਊਰਜਾ, ਸਾਰਾ ਧਿਆਨ ਇਸੇ ਹੀ ਅਰਦਾਸ ਦੇ ਵਿੱਚ ਜੋੜ ਦੇਣਾ ਤੇ ਤੁਹਾਡੀ ਅਰਦਾਸ ਉਸ ਦਰਗਾਹ ਦੇ ਵਿੱਚ ਪਹੁੰਚ ਜਾਏਗੀ। ਜਦੋਂ ਸਾਰੀ ਸਰੀਰ ਦੀ ਊਰਜਾ ਇਸੇ ਹੀ ਅਰਦਾਸ ਦੇ ਵਿੱਚ ਲੱਗ ਜਾਏਗੀ, ਕਿਉਂਕਿ ਜਦੋਂ ਸਾਰੀ ਊਰਜਾ ਇਸੇ ਅਰਦਾਸ 'ਚ ਲੱਗੇਗੀ ਫਿਰ ਮਸਤਿਸ਼ਕ ਦੇ ਵਿੱਚ ਜੋ ਚੱਕਰ ਹੈ ਉਹ ਪਰਮਾਤਮਾ ਤੱਕ ਪਹੁੰਚਾਉਣ ਦਾ ਸਾਧਨ ਹੈ, ਜਿਸ ਨੂੰ ਆਗਿਆ ਚੱਕਰ ਵੀ ਕਹਿੰਦੇ ਆ, ਜਿਸ ਨੂੰ ਦਸਮ ਦੁਆਰ ਵੀ ਕਹਿੰਦੇ ਆ। ਉਹ ਫਿਰ ਉਹ ਪਰਿਪੂਰਨ ਪਰਮਾਤਮਾ ਤੱਕ ਪਹੁੰਚ ਜਾਂਦਾ ਤੇ ਫਿਰ ਸਾਡੀ ਗੱਲ ਵੀ ਪਹੁੰਚ ਜਾਂਦੀ ਹੈ, ਜਦੋਂ ਸਰੀਰ ਦੀ ਸਾਰੀ ਊਰਜਾ ਇਕੱਠੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਅਰਦਾਸ ਕਰਨੀ ਹੈ। 37 ਵੇਲ ਬਾਗ ਫਲੇ ਅਫਲ ਸਫਲ ਵਹਿ ਸ਼ੇਸ਼। 37 ਵੇਲ ਬਾਗ ਫਲੇ ਅਫਲ ਸਫਲ ਵਹਿ ਸ਼ੇਸ਼, ਕਿ ਸਾਰੇ ਬਾਗਾਂ ਨੂੰ ਸਾਡੇ ਫਲ ਲੱਗਣ, ਰਸਦਾਇਕ ਲੱਗਣ, ਰਸੀਲੇ ਲੱਗਣ, ਵਧੀਆ ਪੈਦਾਵਾਰ ਹੋਵੇ ਫਲਾਂ ਦੀ। ਤੇ ਜੇਕਰ ਆ ਫਲ ਹਨ, ਜੇਕਰ ਕੀੜਾ ਲੱਗਾ, ਅੱਗੇ ਤੋਂ ਮਹਾਰਾਜ ਕੀੜਾ ਨਾ ਲੱਗੇ, ਤੁਸੀਂ ਕਿਰਪਾ ਕਰੋ। ਪਰ ਇਹ ਉਦੋਂ ਹੋਏਗਾ ਜਦੋਂ ਸਾਰੀ ਸਰੀਰ ਦੀ ਊਰਜਾ ਅਰਦਾਸ ਦੇ ਵਿੱਚ ਲੱਗ ਜਾਏਗੀ, ਧਿਆਨ ਦੇ ਵਿੱਚ ਲੱਗ ਜਾਏਗੀ। ਇਹ ਸੂਤਰ ਨੂੰ ਯਾਦ ਕਰ ਲਓ। ਸਾਰੀ ਸਰੀਰ ਦੀ ਊਰਜਾ ਸੰਕਰਿਤ ਕਰ ਲੈਣੀ ਹੈ, ਇਕੱਠੀ ਕਰ ਲੈਣੀ ਹੈ, ਧਿਆਨ ਦੇ ਵਿੱਚ ਬੈਠ ਜਾਣਾ ਹੈ। ਬਸ ਇਸੇ ਤਰ੍ਹਾਂ ਹੀ ਅਰਦਾਸ ਕਰਨੀ ਹੈ ਜਿਸ ਤਰ੍ਹਾਂ ਅਸੀਂ ਦੱਸੀ ਹੈ। ਕੋਈ ਖਿਆਲ ਆਏ, ਉਹ ਖਿਆਲ ਵੱਲ ਧਿਆਨ ਨਹੀਂ ਦੇਣਾ, ਸਿਰਫ ਧਿਆਨ ਅਰਦਾਸ ਵੱਲ ਦੇਣਾ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ, ਅੱਖਾਂ ਬੰਦ ਕਰਕੇ। ਚਾਹੇ ਤੁਸੀਂ ਪੂਰੀ ਅਰਦਾਸ ਬੋਲੋ, ਚਾਹੇ ਨਾ ਬੋਲੋ, ਕੋਈ ਗੱਲ ਨਹੀਂ। ਸਿਰਫ ਇੰਨਾ ਹੀ ਕਹਿ ਦਿਓ ਕਿ ਸਾਡੇ ਫਲ ਇਹ ਬਿਲਕੁਲ ਰਸਦਾਇਕ ਤੇ ਰਸੀਲੇ ਹੋਣ, ਹੇ ਅਕਾਲ ਪੁਰਖ, ਜਿਸ ਨੂੰ ਵੀ ਤੁਸੀਂ ਮੰਨਦੇ ਹੋ। ਤੇ ਸਾਰੀ ਊਰਜਾ ਉਸੇ ਵਿੱਚ ਹੀ ਲੱਗ ਜਾਏਗੀ। ਉਹ ਊਰਜਾ ਉਸ ਤੱਕ ਪਹੁੰਚ ਜਾਏਗੀ ਜਿਸ ਟੈਲੀਪੈਥੀ ਦੇ ਜ਼ਰੀਏ, ਜਿਸ ਨੂੰ ਟੈਲੀਪੈਥੀ ਵੀ ਕਹਿੰਦੇ ਆ। ਉਮੀਦ ਇਹ ਗੱਲ ਸਮਝ ਦੇ ਵਿੱਚ ਆ ਗਈ ਹੋਵੇਗੀ। ਤੇ ਅੱਜ ਬਸ ਇੰਨਾ ਹੀ। ਅਸੀਂ ਧਿਆਨ ਦੀ ਸਾਧਨਾ ਦੇ ਨਾਲ ਜੁੜੀਏ
ਤਾਂ ਕਿ ਸਾਡਾ ਮਨ ਸ਼ਾਂਤ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।